ਚੌਥੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ 9ਵੇਂ ਹਫ਼ਤੇ ਵਿੱਚ ਹਾਂ। ਇਸ ਪੂਰੇ ਹਫ਼ਤੇ ਅਸੀਂ ਫੋਰੀਅਰ ਸੀਰੀਜ਼ ਨਾਲ ਸ਼ੁਰੂ ਕੀਤਾ ਹੈ ਅਤੇ ਅੱਜ ਦੇ ਲੈਕਚਰ ਵਿੱਚ ਅਸੀਂ ਦੋ ਵੱਖ-ਵੱਖ ਚੀਜ਼ਾਂ ਨੂੰ ਦੇਖਣ ਜਾ ਰਹੇ ਹਾਂ। ਮੈਨੂੰ ਉਸੇ ਪੁਰਾਣੀ ਸਲਾਈਡ ਨੂੰ ਦੁਬਾਰਾ ਫਲੈਸ਼ ਕਰਕੇ ਸ਼ੁਰੂ ਕਰਨ ਦਿਓ, ਜੋ ਇੱਕ ਵਧੀਆ ਵਿਵਹਾਰ ਵਾਲੇ ਫੰਕਸ਼ਨ ਪੀਰੀਆਡਿਕ ਫੰਕਸ਼ਨ ਲਈ ਅਸੀਂ ਫੋਰੀਅਰ ਸੀਰੀਜ਼ ਨੂੰ ਪਰਿਭਾਸ਼ਿਤ ਕਰਦੇ ਹਾਂ। ਅਤੇ ਅਜਿਹਾ ਲੱਗਦਾ ਹੈ ਕਿ ਇੱਥੇ ਜੋ ਦਿਖਾਇਆ ਗਿਆ ਹੈ ਤੁਹਾਡੇ ਕੋਲ ਔਸਤ ਮਾਰਗ ਸੀ, ਜੋ 2 ਦੁਆਰਾ I0 ਦੁਆਰਾ ਦਿੱਤਾ ਗਿਆ ਹੈ, ਅਤੇ ਫਿਰ ਸਾਰੇ ਓਸੀਲੇਟਰੀ ਭਾਗਾਂ ਦਾ ਸਾਈਨ ਅਤੇ ਕੋਸਾਈਨ ਟਾਊ ਦੁਆਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਮੈਨੂੰ ਫੋਰੀਅਰ ਸੀਰੀਜ਼ ਨੂੰ ਥੋੜੇ ਵੱਖਰੇ ਰੂਪ ਵਿੱਚ ਲਿਖਣ ਦਿਓ ਜਿਸਦੀ ਅਸੀਂ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ। ਪਰ ਇਹ ਇੱਕ ਫੋਰੀਅਰ ਸੀਰੀਜ਼ ਲਿਖਣ ਦਾ ਇੱਕ ਵੈਧ ਤਰੀਕਾ ਵੀ ਹੈ। ਰਾਈਟ ਹੈਂਡ ਸਾਈਡ ਮੇਰੇ ਕੋਲ ਫੋਰੀਅਰ ਸੀਰੀਜ਼ ਐਕਸਪੈਂਸ਼ਨ ਹੈ ਜੋ ਐਕਸਪੋਨੈਂਸ਼ੀਅਲੀ ਪਾਵਰ I ਥੀਟਾਸ ਦੇ ਰੂਪ ਵਿੱਚ ਲਿਖਿਆ ਗਿਆ ਹੈ। ਅਤੇ ਮਹੱਤਵਪੂਰਨ ਤੁਸੀਂ ਦੇਖੋਗੇ ਕਿ ਇਹ ਇਸ n ਓਮੇਗਾ ਤੇ ਨਿਰਭਰ ਕਰਦਾ ਹੈ। ਇੱਥੇ ਮੈਂ ਇਹਨਾਂ n ਓਮੇਗਾ ਦੀ ਸਪੇਸ ਵਿੱਚ ਇਸ ਫੰਕਸ਼ਨ ਨੂੰ ਦੇਖ ਸਕਦਾ ਹਾਂ। ਬੇਸ਼ੱਕ ਸਪੇਸ 1 ਓਮੇਗਾ 2 ਓਮੇਗਾ 3 ਓਮੇਗਾ ਅਤੇ ਇਸ ਤਰ੍ਹਾਂ ਦੇ ਰੂਪ ਵਿੱਚ ਹੋਵੇਗੀ। ਅਤੇ ਐਂਪਲੀਟਿਊਡ ਅਨੁਸਾਰੀ ਐਂਪਲੀਟਿਊਡ dns d1 d2 d3 ਹੋਣਗੇ ਅਤੇ ਇਸ ਤਰ੍ਹਾਂ ਆਮ ਤੌਰ ਤੇ ਜੇਕਰ ਮੇਰੇ ਕੋਲ ਕੁਝ n ਓਮੇਗਾ ਹੈ ਜੋ ਇੱਕ ਐਂਪਲੀਟਿਊਡ dn ਨਾਲ ਮੇਲ ਖਾਂਦਾ ਹੈ ਤਾਂ ਮੈਂ ਪਲਾਟ ਕਰ ਸਕਦਾ ਹਾਂ ਓਮੇਗਾ 2 ਓਮੇਗਾ 3 ਓਮੇਗਾ n ਅਤੇ ਇਸ ਤਰ੍ਹਾਂ ਹੀ x ਧੁਰੇ ਤੇ ਅਤੇ ਪਲੋਟ d1 d2 d3 y ਧੁਰੇ ਤੇ। ਉਹ ਮੁੱਲ ਇਹ ਬਰਾਬਰ ਵੈਧ ਤਰੀਕਾ ਹੈ। ਇੱਕੋ ਫੰਕਸ਼ਨ ਇਹ ਹੈ ਕਿ of t ਦੱਸਣਾ। ਹੁਣ ਅਸੀਂ ਇਸ ਨੂੰ ਬਦਲ ਦਿੱਤਾ ਹੈ। ਫੋਰੀਅਰ ਸਪੇਸ ਜਾਂ ਫਰੀਕੁਏਂਸੀ ਸਪੇਸ ਕੀ ਕਿਹਾ ਜਾਵੇਗਾ? ਕਿਉਂਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ x ਧੁਰਾ ਹੁਣ ਫਰੀਕੁਏਂਸੀ ਦਾ ਬਣਿਆ ਹੋਵੇਗਾ। ਇਸ ਨੂੰ 1 ਓਮੇਗਾ 2 ਓਮੇਗਾ ਅਤੇ ਇਸ ਤਰ੍ਹਾਂ ਹੀ ਕਹਿਣਾ ਚਾਹੀਦਾ ਹੈ। ਅਤੇ ਬੇਸ਼ੱਕ ਇੱਥੇ d ਦੇ ਮੁੱਲ ਹੋਣਗੇ ਜੋ ਪਲਾਟ ਕੀਤੇ ਗਏ ਹਨ। ਕਿਰਪਾ ਕਰਕੇ ਉਸ ਸਮੱਸਿਆ ਤੇ ਵਾਪਸ ਜਾਓ, ਜੋ ਅਸੀਂ ਪਿਛਲੇ ਭਾਸ਼ਣਾਂ ਵਿੱਚੋਂ ਇੱਕ ਵਿੱਚ ਕੀਤੀ ਸੀ, ਜੋ ਕਿ ਇੱਕ ਸਕੁਏਅਰ ਵੇਵ ਦੀ ਸਮੱਸਿਆ ਸੀ। 0 ਅਤੇ ਪਾਈ ਦੇ ਵਿਚਕਾਰ x ਦੇ ਮੁੱਲਾਂ ਦੇ ਵਿਚਕਾਰ ਸਕੁਏਅਰ ਵੇਵ ਦਾ ਮੁੱਲ h ਸੀ। ਅਤੇ ਪਾਈ ਅਤੇ 0 ਦੇ ਵਿਚਕਾਰ ਫੰਕਸ਼ਨ -h ਸੀ। ਅਤੇ ਫਿਰ ਪਾਈ ਅਤੇ ਪਾਈ ਦੇ ਵਿਚਕਾਰ ਇਸ ਰੇਂਜ ਤੋਂ ਬਾਹਰ ਇਹ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਹ ਇੱਕ ਪੀਰੀਆਡਿਕ ਫੰਕਸ਼ਨ ਹੈ, ਇਹ ਇਸ ਦੀ ਮੂਲ ਪੀਰੀਓਡਿਸਿਟੀ ਹੈ। ਅਤੇ ਅਸੀਂ ਇਸ ਫੰਕਸ਼ਨ ਲਈ ਫੋਰੀਅਰ ਸੀਰੀਜ਼ ਦੀ ਗਣਨਾ ਕੀਤੀ ਹੈ। ਆਓ f of x ਦੇ ਨਤੀਜੇ ਨੂੰ ਦੁਬਾਰਾ ਯਾਦ ਕਰੀਏ। ਇਹ ਆਮ ਫੈਕਟਰ 4/π ਹੈ। ਅਤੇ ਜੇਕਰ ਤੁਸੀਂ ਇਸ ਨੂੰ ਬਾਹਰ ਕੱਢਦੇ ਹੋ ਤਾਂ ਇਹ ਸਾਈਨ ਫੰਕਸ਼ਨਾਂ ਦੀ ਇੱਕ ਲੜੀ ਹੈ। ਅਤੇ ਜਿਵੇਂ ਕਿ ਮੈਂ ਦੱਸਿਆ ਹੈ, ਜਦੋਂ ਅਸੀਂ ਪਹਿਲੀ ਵਾਰ ਇਸ ਨੂੰ ਪ੍ਰਾਪਤ ਕੀਤਾ ਤਾਂ ਤੁਸੀਂ ਦੇਖੋਗੇ ਕਿ ਡਿਨੋਮੀਨੇਟਰ ਅਸਲ ਵਿੱਚ ਆਪਣੇ 1 3 5 ਅਤੇ ਇਸ ਤਰ੍ਹਾਂ ਵਧਾ ਰਿਹਾ ਹੈ। ਉੱਚ ਫਰੀਕੁਐਂਸੀ ਵਾਲੀਆਂ ਸ਼ਰਤਾਂ ਦਾ ਯੋਗਦਾਨ ਘੱਟ ਅਤੇ ਘੱਟ ਹੁੰਦਾ ਜਾ ਰਿਹਾ ਹੈ। ਹੁਣ ਆਓ ਇਸ ਨੂੰ ਇੱਕ ਫਰੀਕੁਐਂਸੀ ਸਪੈਕਟਰਮ ਦੇ ਰੂਪ ਵਿੱਚ ਵੇਖੀਏ। x ਧੁਰਾ ਇਹਨਾਂ 1 2 3 ਅਤੇ ਇਸ ਤਰ੍ਹਾਂ ਦੇ ਸੰਖਿਆਵਾਂ ਤੋਂ ਬਣਿਆ ਹੈ ਜੋ ਇੱਥੇ ਦਿਖਾਈ ਦੇ ਰਹੇ ਹਨ। ਉਦਾਹਰਨ ਲਈ ਇਹ ਹਨ। ਅਤੇ ਮੈਂ ਐਂਪਲੀਟਿਊਡ ਨੂੰ ਪਲੋਟ ਕਰਨ ਜਾ ਰਿਹਾ ਹਾਂ, ਜੋ ਕਿ ਸਾਈਨ x ਦੇ ਕੇਸ ਲਈ ਹੈ ਐਂਪਲੀਟਿਊਡ 4/π ਹੈ, ਸਾਈਨ 3x ਦੇ ਮਾਮਲੇ ਲਈ ਐਂਪਲੀਟਿਊਡ 4/3π ਹੈ ਅਤੇ ਇਸ ਤਰ੍ਹਾਂ ਹੋਰ। ਇੱਥੇ ਮੇਰਾ ਫਰੀਕੁਐਂਸੀ ਸਪੈਕਟਰਮ ਪਲੋਟ ਹੈ। ਜਦੋਂ m 1 ਦੇ ਬਰਾਬਰ ਹੁੰਦਾ ਹੈ, ਤੁਸੀਂ ਦੇਖ ਸਕਦੇ ਹੋ ਕਿ ਮੈਂ 2 ਦੇ ਕੇਸ ਲਈ y ਧੁਰੇ ਵਿੱਚ ਪਾਈ ਦੁਆਰਾ 4h ਤੱਕ ਇੱਕ ਰੇਖਾ ਖਿੱਚੀ ਹੈ। ਇਹ ਬੇਸ਼ੱਕ 0 ਹੈ। ਪਰ 3 ਦੇ ਮਾਮਲੇ ਲਈ ਇਹ 4h ਗੁਣਾ 3π ਹੈ, ਇਸ ਲਈ ਇਹ ਇਸ ਉਚਾਈ ਦਾ 1/3 ਹੋਣਾ ਚਾਹੀਦਾ ਹੈ। ਚਲੋ ਇਸ ਨੂੰ ਮੋਟੇ ਤੌਰ ਤੇ ਇੱਥੇ ਕਿਤੇ ਅਤੇ ਦੁਬਾਰਾ m ਬਰਾਬਰ 4 ਲਈ ਇਹ 0 ਹੈ। ਅਤੇ m ਬਰਾਬਰ 5 ਲਈ m ਤੇ ਉਚਾਈ ਦਾ 5ਵਾਂ ਹਿੱਸਾ 1 ਤੋਂ ਵੀ ਛੋਟਾ ਹੋਵੇਗਾ। ਅਤੇ ਇਸੇ ਤਰ੍ਹਾਂ, ਅਤੇ ਬੇਸ਼ੱਕ 6 ਤੇ ਦੁਬਾਰਾ 0 ਹੋਣ ਜਾ ਰਿਹਾ ਹੈ।
ਜੋ ਅਸੀਂ ਪਲਾਟ ਕੀਤਾ ਹੈ ਉਹ ਇੱਥੇ ਦਿੱਤੀ ਗਈ ਜਾਣਕਾਰੀ ਦੇ ਨਾਲ ਇੱਕ ਫ੍ਰੀਕੁਐਂਸੀ ਸਪੈਕਟਰਮ ਹੈ। ਅਸੀਂ f of x ਦਾ ਦੁਬਾਰਾ ਨਿਰਮਾਣ ਕਰ ਸਕਦੇ ਹਾਂ। ਬੇਸ਼ੱਕ ਸਾਨੂੰ ਇਸ ਬਾਰੇ ਜਾਣਕਾਰੀ ਦੀ ਲੋੜ ਹੈ। ਸਾਰੀ ਫ੍ਰੀਕੁਐਂਸੀ ਅਸੀਂ ਉਹਨਾਂ ਵਿੱਚੋਂ ਕੁਝ ਹੀ ਖਿੱਚੀ ਹੈ, ਪਰ ਜੇਕਰ ਤੁਹਾਡੇ ਕੋਲ ਸਾਰੀਆਂ ਅਨੰਤਾਂ ਨਾਲ ਸੰਬੰਧਿਤ ਜਾਣਕਾਰੀ ਹੈ ਫ੍ਰੀਕੁਐਂਸੀ, ਤਾਂ ਤੁਸੀਂ x ਦਾ ਬਿਲਕੁਲ ਪੁਨਰਗਠਨ ਕਰ ਸਕਦੇ ਹੋ। ਇੱਥੇ ਪੋਜੀਸ਼ਨ ਸਪੇਸ ਵਿੱਚ ਮੇਰਾ ਫੰਕਸ਼ਨ ਹੈ। ਅਤੇ ਇੱਥੇ ਉਹੀ ਫੰਕਸ਼ਨ ਹੈ। ਫ੍ਰੀਕੁਐਂਸੀ ਸਪੇਸ ਆਓ ਅਸੀਂ ਇੱਕ ਹੋਰ ਉਦਾਹਰਣ ਵੀ ਵੇਖੀਏ ਜੋ ਅਸੀਂ ਇਸ ਤੋਂ ਪਹਿਲਾਂ ਸਟ੍ਰਿੰਗ ਦੇ ਮਾਮਲੇ ਲਈ ਕੀਤਾ ਸੀ, ਜੋ ਦੋ ਸਿਰਿਆਂ ਦੇ ਵਿਚਕਾਰ ਹੈ। ਦੋ ਸਿਰੇ 0 ਅਤੇ L ਦੇ ਵਿਚਕਾਰ ਹਨ ਅਤੇ ਅਸੀਂ ਕਿਹਾ ਕਿ ਅਸੀਂ ਮੱਧ ਬਿੰਦੂ ਤੇ ਸਟ੍ਰਿੰਗ ਨੂੰ ਤੋੜਾਂਗੇ ਅਤੇ ਇਹ ਖੜੀਆਂ ਵੇਵਸ ਨੂੰ ਵਿਸਥਾਪਿਤ ਕਰਨ ਜਾ ਰਿਹਾ ਹੈ। ਇਸ ਲਈ ਅਸੀਂ ਓਸੀਲੇਟਰੀ ਸਿਸਟਮ ਦੀ ਊਰਜਾ ਪ੍ਰਾਪਤ ਕਰੋ, ਜਿਸ ਨੂੰ ਤੁਸੀਂ ਪੋਜੀਸ਼ਨ ਸਪੇਸ ਵਿੱਚ ਆਪਣੇ ਫੰਕਸ਼ਨ ਵਜੋਂ ਸੋਚ ਸਕਦੇ ਹੋ। ਮੈਨੂੰ ਇਸ ਨੂੰ ਫ੍ਰੀਕੁਐਂਸੀ ਸਪੇਸ ਵਿੱਚ ਪਲੋਟ ਕਰਨ ਦਿਓ। ਮੈਂ ਇਸ ਨੂੰ ω1 ਲੇਬਲ ਦੇਣ ਜਾ ਰਿਹਾ ਹਾਂ, ਫਿਰ 2 ω1, 3 ω1, 4 ਟਾਈਮਸ ω1 ਅਤੇ ਇਸ ਤਰ੍ਹਾਂ ਹੋਰ ਹੋਣਗੇ। ਅਤੇ ਮੰਨ ਲਓ ਕਿ ਫ੍ਰੀਕੁਐਂਸੀ ω1 ਦੇ ਅਨੁਸਾਰੀ ਮੋਡ ਵਿੱਚ ਊਰਜਾ ਵੀ ਹੈ, ਜਿਸ ਸਥਿਤੀ ਵਿੱਚ ਮੈਂ ਇਹ ਦੱਸਦਾ ਹਾਂ ਕਿ ਇਹ ਇੱਥੇ ਕਿਸੇ ਬਿੰਦੂ ਨਾਲ ਮੇਲ ਖਾਂਦਾ ਹੈ ਅਤੇ ਇਹ ਦਿੱਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਊਰਜਾ ਬੁਨਿਆਦੀ ਮੋਡ ਵਿੱਚ ਕੇਂਦਰਿਤ ਹੁੰਦੀ ਹੈ। ਅਤੇ ਇਹ ਚਿੱਤਰਕ ਤੌਰ ਤੇ ਸਾਨੂੰ ਇਹ ਵੀ ਦੱਸਦੀ ਹੈ ਕਿ ਸਾਰੀਆਂ ਸਮਤ ਫ੍ਰੀਕੁਐਂਸੀ ਵੀ ਊਰਜਾ ਦਾ ਯੋਗਦਾਨ ਨਹੀਂ ਪਾਉਂਦੀਆਂ ਹਨ। ਅਤੇ ਉੱਚ ਹਾਰਮੋਨਿਕਸ ਦਾ ਯੋਗਦਾਨ, ਉੱਚ ਓਡ ਹਾਰਮੋਨਿਕਸ, ਅਸਲ ਵਿੱਚ ਬਹੁਤ ਜਲਦੀ ਬਹੁਤ ਘੱਟ ਹੋ ਜਾਂਦੇ ਹਨ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਹ ਇੱਕ ਤਰੀਕਾ ਹੈ ਫੋਰੀਅਰ ਸਪੇਸ ਵਿੱਚ ਇੱਕੋ ਫੰਕਸ਼ਨ ਨੂੰ ਵੇਖਣਾ। ਜੇਕਰ f of t ਨੂੰ ਇੱਕ ਫੋਰੀਅਰ ਲੜੀ ਦੇ ਰੂਪ ਵਿੱਚ ਇਸ ਤਰ੍ਹਾਂ ਲਿਖਿਆ ਜਾਵੇ ਤਾਂ ਕੀ dnb ਨੂੰ ਸਿਰਫ e ਪਾਵਰ ਮਾਈਨਸ ਨਾਲ ਗੁਣਾ ਕੀਤਾ ਜਾਵੇਗਾ। im ω t ਦੋਨਾਂ ਪਾਸੇ ਅਤੇ ਸਮੇਂ ਦੇ ਨਾਲ ਏਕੀਕ੍ਰਿਤ। ਤੁਸੀਂ ਦੇਖੋਗੇ ਕਿ ਇੱਕ ਪਾਸੇ ਸਿਰਫ ਇੱਕ m ਅਤੇ n ਬਰਾਬਰ ਹਨ। ਕੀ ਇੱਥੇ ਇੱਕ ਗੈਰ ਜ਼ੀਰੋ ਯੋਗਦਾਨ ਹੋਵੇਗਾ ਅਤੇ ਇਸ ਲਈ ਇਹ ਨਤੀਜਾ ਪ੍ਰਾਪਤ ਹੋਵੇਗਾ। ਮੈਂ ਇੱਕ ਥੋੜਾ ਵੱਖਰਾ ਵੇਰੀਏਬਲ ਪੇਸ਼ ਕਰਨ ਜਾ ਰਿਹਾ ਹਾਂ। ਆਓ ਮੈਂ ω2 ਪਾਈ nu1 ਕਹਿੰਦਾ ਹਾਂ। nu ਆਪਣੇ ਆਪ ਦੀ ਬਜਾਏ ਮੈਨੂੰ ਇਹ ਵੀ ਤਬਦੀਲੀ ਕਰਨ ਦਿਓ ਜੋ ਮੈਂ ਕੀਤਾ ਹੈ। ਬਸ ਬਾਏ nu1 ਨੂੰ ਸਬਸਟੀਟਿਊਟ ω ਹੈ। ਤੁਸੀਂ ਇਸ ਨੂੰ ਤੁਹਾਡੀ ਬੁਨਿਆਦੀ ਫ੍ਰੀਕੁਐਂਸੀ ਅਤੇ ਹੋਰ ਸਾਰੀਆਂ ਫ੍ਰੀਕੁਐਂਸੀ ਦੇ ਰੂਪ ਵਿੱਚ ਸੋਚ ਸਕਦੇ ਹੋ। ਕੁਝ ਪੂਰਨ ਅੰਕ ਮਲਟੀਪਲ ਜਿੱਥੇ ਤੁਹਾਡੇ ਕੋਲ ਹੈ n, ਇੱਥੇ ਇਸ ਬੇਸਿਕ ਫ੍ਰੀਕੁਐਂਸੀ nu ਦਾ ਪੂਰਨ ਅੰਕ ਮਲਟੀਪਲ ਹੈ। ਹੁਣ ਮੈਂ ਅਨੰਤਤਾ ਵੱਲ ਟੈਂਡਿੰਗ t ਦੀ ਸੀਮਾ ਨੂੰ ਲੈ ਸਕਦਾ ਹਾਂ। ਇਹ ਮੈਨੂੰ ਹਰ ਕਿਸਮ ਦੇ ਫੰਕਸ਼ਨਾਂ ਨੂੰ ਸੰਭਾਲਣ ਦੀ ਇਜਾਜ਼ਤ ਦੇਵੇਗਾ ਭਾਵੇਂ ਉਹ ਸਮੇਂ-ਸਮੇਂ ਤੇ ਨਾ ਹੋਣ। ਹੁਣ ਮੈਂ ਕੀ ਕਰਨ ਜਾ ਰਿਹਾ ਹਾਂ, ਇਸ dn ਨੂੰ ਸਬਸਟੀਟਿਊਟ ਕਰਨਾ ਹੈ f of t ਲਈ ਇਸ ਐਕਸਪ੍ਰੈਸ਼ਨ ਵਿੱਚ ਜੋ ਕਿ ਮੇਰੇ ਕੋਲ ਸਿਖਰ ਤੇ ਹੈ। ਇਸ ਲਈ dn ਉਹ ਹੈ ਜੋ ਇਸ ਲਾਲ ਵਰਗ ਬ੍ਰੈਕਟਾਂ ਦੇ ਅੰਦਰ ਆਉਂਦਾ ਹੈ। ਕਿਉਂਕਿ f of t ਸ਼ਾਮਲ ਹੁੰਦਾ ਹੈ e ਪਾਵਰ in ω t, ਮੈਨੂੰ t ਤੋਂ t ਨੂੰ ਵੱਖ ਕਰਨ ਦੀ ਜ਼ਰੂਰਤ ਹੈ ਜੋ ਵਾਪਰਦਾ ਹੈ ਫਰਮ dn ਦੀ ਪਰਿਭਾਸ਼ਾ ਵਿੱਚ। ਅਤੇ ਇਸ ਲਈ ਮੈਂ ਇੱਥੇ t ਪ੍ਰਾਈਮ ਰੱਖਿਆ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ t ਪ੍ਰਾਈਮ ਸਿਰਫ ਇੱਕ ਲੋਕਲ ਵੇਰੀਏਬਲ ਹੈ, ਜਾਂ ਜਿਸ ਨੂੰ ਅਕਸਰ ਇੱਕ ਡਮੀ ਵੇਰੀਏਬਲ ਕਿਹਾ ਜਾਂਦਾ ਹੈ। ਹੁਣ ਮੈਨੂੰ ਸੀਮਾ ਲੈਣ ਦਿਓ t। ਜਦੋਂ t ਅਸਲ ਵਿੱਚ ਵੱਡਾ ਹੋ ਜਾਂਦਾ ਹੈ ਤਾਂ ਅਨੰਤਤਾ ਵੱਲ ਜਾਂਦਾ ਹੈ। 1/t ਛੋਟਾ ਹੋ ਜਾਂਦਾ ਹੈ 1/t ਜੋ ਕਿ nu1 0 ਵੱਲ ਜਾਂਦਾ ਹੈ। ਅਤੇ ਇਹ ਵੀ ਧਿਆਨ ਦਿਓ, ਜਦੋਂ t ਅਨੰਤਤਾ ਵੱਲ ਝੁਕਦਾ ਹੈ ਤਾਂ ਮੈਂ ਲਾਲ ਵਰਗ ਬ੍ਰੈਕਟਾਂ ਦੇ ਅੰਦਰ ਇਹਨਾਂ ਅਟੁੱਟਾਂ ਦੀਆਂ ਸੀਮਾਵਾਂ ਨੂੰ -ਅਨੰਤ ਤੋਂ +ਅਨੰਤ ਤੱਕ ਜਾਣ ਲਈ ਲੈ ਸਕਦਾ ਹਾਂ। ਉਹ ਹੁਣ -t ਦੁਆਰਾ 2 ਤੋਂ +t ਦੁਆਰਾ 2 ਤੱਕ ਜਾ ਰਹੇ ਹਨ, ਕਿਉਂਕਿ t ਅਨੰਤਤਾ ਵਿੱਚ ਜਾਂਦਾ ਹੈ ਜੋ ਬਦਲ ਜਾਵੇਗਾ।
ਅਤੇ ਇੱਕ ਕਰਕੇ TD ਨਿਊ ਬਣਨ ਜਾ ਰਿਹਾ ਹੈ। ਸਾਡੇ ਇੱਥੇ ਇਹ ਫੈਕਟਰ n ਨਿਊ 1 ਹੈ। ਇੱਥੇ ਐਕਸਪੋਨੈਂਟ ਵਿੱਚ n ਵਾਰ ਨਿਊ 1। ਤੁਸੀਂ n ਨੂੰ ਕਾਫੀ ਵੱਡਾ ਲੈ ਸਕਦੇ ਹੋ, ਜਿਵੇਂ ਕਿ n ਨਿਊ 1 ਇੱਕ ਵੇਰੀਏਬਲ ਹੈ ਜਿਸਨੂੰ ਮੈਂ ਨਵਾਂ ਸਾਈਨ ਕਹਿਣਾ ਚਾਹਾਂਗਾ। I ਨਿਊ 1 ਨੂੰ ਤੁਹਾਡੇ ਦੁਆਰਾ ਬਦਲ ਰਿਹਾ ਹਾਂ। ਹੁਣ ਇਹ ਇੱਕ ਨਿਰੰਤਰ ਵੇਰੀਏਬਲ ਬਣ ਜਾਂਦਾ ਹੈ ਕਿਉਂਕਿ n ਅਨੰਤ ਤੋਂ ਪਲੱਸ ਅਨੰਤ ਤੱਕ ਜਾਂਦਾ ਹੈ। ਉਸ ਸਥਿਤੀ ਵਿੱਚ ਮੈਂ ਇੱਥੇ ਇਸ ਇਨਫਾਈਨਾਈਟ ਸਮੇਸ਼ਨ ਨੂੰ ਇੱਕ ਇੰਟੀਗਰਲ ਸਮੇਸ਼ਨ ਨਾਲ ਬਦਲ ਸਕਦਾ ਹਾਂ। ਹੁਣ ਬ੍ਰੈਕਟਾਂ ਦੇ ਅੰਦਰ ਕੁਆਂਟੀਟੀ ਸਾਡੀ f ਨਿਊ ਹੋਵੇਗੀ। ਆਓ ਇਸ ਨੂੰ ਵੱਖ ਕਰੀਏ ਅਤੇ ਇਸ ਨੂੰ ਲਿਖੀਏ। ਇਸ ਕੇਸ ਵਿੱਚ ਸਮਾਲ f of t ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ, ਜੋ ਅਨੰਤ ਤੋਂ ਪਲੱਸ ਅਨੰਤ ਤੱਕ ਹੋਵੇਗਾ। ਅਤੇ ਬੇਸ਼ੱਕ ਕਿ ਐਕਸਪੋਨੈਂਸ਼ੀਅਲ ਦਾ f ਦਾ ਨਿਊ ਗੁਣਾ ਹੈ। ਸਾਡੇ ਖੱਬੇ ਪਾਸੇ ਦਾ ਸੰਬੰਧ ਤੁਹਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ f of t ਓਵਰ e ਪਾਵਰ ਮਾਈਨਸ i2 ਪਾਈ ਨਿਊ t ਨੂੰ ਸਮੇਂ ਦੇ ਨਾਲ ਏਕੀਕ੍ਰਿਤ ਕਰਦੇ ਹੋ, ਜੋ ਤੁਹਾਨੂੰ f ਨਿਊ, ਕੈਪੀਟਲ F ਨਿਊ ਦਿੰਦਾ ਹੈ, ਜੋ ਕਿ f of t ਦਾ ਫੋਰੀਅਰ ਟਰਾਂਸਫਾਰਮ ਹੈ। ਪੂਰੀ ਕਸਰਤ ਨੂੰ ਇਸ ਤਰ੍ਹਾਂ ਦੁਬਾਰਾ ਕਿਹਾ ਜਾ ਸਕਦਾ ਹੈ ਕਿ ਤੁਸੀਂ ਇਸ ਬਾਰੇ ਸੋਚ ਸਕਦੇ ਹੋ। ਇੱਕ ਫੋਰੀਅਰ ਸੀਰੀਜ਼ ਲਗਾਤਾਰ ਵੇਰੀਏਬਲ ਲਈ ਵੈਧ ਹੈ। ਅਤੇ ਇੱਕ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਹੁਣ ਤੁਹਾਨੂੰ ਆਪਣੇ ਫੰਕਸ਼ਨ ਦੀ ਲੋੜ ਵੀ ਨਹੀਂ ਹੈ। ਚਲੋ f of t ਨੂੰ ਇੱਕ ਪੀਰੀਓਡਿਕ ਫੰਕਸ਼ਨ ਕਹੀਏ। ਤੁਸੀਂ ਇਹ ਕਹਿਣ ਦੀ ਚਾਲ ਕੀਤੀ ਹੈ ਕਿ ਫੰਕਸ਼ਨ ਦੀ ਅਨੰਤ ਪੀਰੀਓਡਿਸਿਟੀ ਹੈ। ਇਹ ਫੋਰੀਅਰ ਟਰਾਂਸਫਾਰਮ ਲਈ ਆਮ ਪਰਿਭਾਸ਼ਾ ਹੋਵੇਗੀ। ਅਤੇ ਸਾਹਿਤ ਵਿੱਚ ਤੁਹਾਨੂੰ ਚਾਰੀਅਰ ਟਰਾਂਸਫਾਰਮ ਲਿਖਣ ਦੇ ਬਹੁਤ ਸਾਰੇ ਵੱਖ-ਵੱਖ ਤਰੀਕੇ ਮਿਲਣਗੇ। ਜੇਕਰ ਤੁਸੀਂ f of t ਦੇ ਅਸਲ ਫੰਕਸ਼ਨ ਦੀਆਂ ਕੁਝ ਸਿਮਟਰੀ ਵਿਸ਼ੇਸ਼ਤਾਵਾਂ ਨੂੰ ਜਾਣਦੇ ਹੋ, ਤਾਂ ਇੱਥੇ ਸਰਲੀਕਰਨ ਹੋਣਗੇ। ਮੰਨ ਲਓ ਕਿ ਤੁਸੀਂ ਜਾਣਦੇ ਹੋ ਕਿ ਫੰਕਸ਼ਨ f of t ਇੱਕ ਸਮ ਫੰਕਸ਼ਨ ਹੈ। ਦੂਜੇ ਸ਼ਬਦਾਂ ਵਿੱਚ f of t f of t ਦੇ ਬਰਾਬਰ ਹੈ। ਜੇਕਰ ਇਹ ਗੁਣ ਉਸ ਸਥਿਤੀ ਵਿੱਚ ਸੰਤੁਸ਼ਟ ਹਨ, ਇਸ ਐਕਸਪੋਨੈਂਸ਼ੀਅਲ ਅੰਕ ਦਾ ਸਾਈਨ ਪਾਰਟ ਬਾਹਰ ਆ ਜਾਵੇਗਾ। ਇਸ ਨੂੰ ਫੋਰੀਅਰ ਸਾਈਨ ਟਰਾਂਸਫਾਰਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ f of t ਆਡ ਫੰਕਸ਼ਨ ਹੈ, ਜਿਸ ਦੁਆਰਾ ਮੇਰਾ ਮਤਲਬ ਹੈ ਕਿ f of t f of t ਦੇ ਬਰਾਬਰ ਹੈ, ਉਸ ਸਥਿਤੀ ਵਿੱਚ ਤੁਹਾਨੂੰ ਫੋਰੀਅਰ ਸਾਈਨ ਟਰਾਂਸਫਾਰਮ ਮਿਲੇਗਾ। ਬੇਸ਼ੱਕ ਮੈਨੂੰ ਇਸ ਫੈਕਟਰ ਨੂੰ ਇੱਥੇ ਠੀਕ ਕਰਨਾ ਚਾਹੀਦਾ ਹੈ। ਇਹ ਹੁਣ f of t ਚਾਹੀਦਾ ਹੈ ਕਿਉਂਕਿ ਸਾਡੇ ਕੋਲ ਇਹ ਸਾਰੀਆਂ ਪਰਿਭਾਸ਼ਾਵਾਂ ਹਨ। ਆਓ ਦੇਖੀਏ ਕਿ ਇਹ ਕੁਝ ਟਿਪੀਕਲ ਮਾਮਲਿਆਂ ਲਈ ਕਿਸ ਤਰ੍ਹਾਂ ਦੇ ਨਤੀਜੇ ਦਿੰਦਾ ਹੈ। ਮੇਰੀ ਪਹਿਲੀ ਉਦਾਹਰਨ ਉਹ ਹੈ ਜਿਸਨੂੰ ਸਲਿਟ ਫੰਕਸ਼ਨ ਕਿਹਾ ਜਾਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਰੈਕਟੈਂਗੂਲਰ ਫਾਰਮ ਜਾਂ ਸਲਿਟ ਫੰਕਸ਼ਨ ਟਾਈਮ ਡੋਮੇਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਮੈਂ ਇੱਕ ਫੋਰੀਅਰ ਟਰਾਂਸਫਾਰਮ ਕਰਨਾ ਚਾਹੁੰਦਾ ਹਾਂ ਅਤੇ ਉਸੇ ਫੰਕਸ਼ਨ ਨੂੰ ਫਿਊਰੀ ਸਪ ਜਾਂ ਫਰੀਕੁਏਂਸੀ ਸਪੇਸ ਵਿੱਚ ਫੰਕਸ਼ਨ ਨੂੰ f of t ਬਰਾਬਰ h ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜੇਕਰ t d/2 ਤੋਂ ਛੋਟਾ ਜਾਂ ਬਰਾਬਰ ਹੈ। ਜਾਂ ਹੋ ਸਕਦਾ ਹੈ ਕਿ ਹੋਰ ਸਹੀ ਢੰਗ ਨਾਲ ਜੇਕਰ ਸਮੇਂ ਦਾ ਮਾਡਿਊਲਸ ਹੁਣ d/2 ਤੋਂ ਘੱਟ ਜਾਂ ਬਰਾਬਰ ਹੈ, ਤਾਂ ਇੱਕ ਦੇ ਫੋਰੀਅਰ ਸਪੈਕਟਰਮ ਨੂੰ ਪ੍ਰਾਪਤ ਕਰਨ ਲਈ ਸਿਰਫ ਉਸ ਫਾਰਮੂਲੇ ਦੀ ਵਰਤੋਂ ਕਰਨ ਦੀ ਲੋੜ ਹੈ, ਜੋ ਅਸੀਂ ਹੁਣੇ ਹੀ ਫੋਰੀਅਰ ਟਰਾਂਸਫਾਰਮ ਲਈ ਪ੍ਰਾਪਤ ਕੀਤਾ ਹੈ। ਅਤੇ ਅਜਿਹਾ ਕਰਨ ਤੋਂ ਪਹਿਲਾਂ ਮੈਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਫੰਕਸ਼ਨ ਕਿਤੇ ਹੋਰ 0 ਹੋਵੇਗਾ। ਅਤੇ f of t ਇੱਥੇ h ਹੈ। ਪਰ ਇਹ ਸਿਰਫ ਉਸ ਤੰਗ ਖੇਤਰ ਵਿੱਚ ਇਹ h ਦੇ ਬਰਾਬਰ ਹੈ ਜਿੱਥੇ 2 ਗੁਣਾ ਮੋਡ t d/2 ਤੋਂ ਘੱਟ ਜਾਂ ਬਰਾਬਰ ਹੈ। ਅਤੇ ਬਾਕੀ ਹਰ ਥਾਂ ਫੰਕਸ਼ਨ 0 ਹੈ। ਇੰਟੀਗਰਲ ਖੁਦ 0 ਤੇ ਚਲਾ ਜਾਵੇਗਾ ਅਤੇ ਇਹ ਇੰਟੀਗਰਲ ਦੁਬਾਰਾ ਕਰਨਾ ਆਸਾਨ ਹੈ। ਤੁਸੀਂ ਇੰਟੀਗਰਲ ਤੋਂ ਨੂੰ ਕੱਢ ਸਕਦੇ ਹੋ। ਮੈਂ ਹੁਣ ਸੀਮਾਵਾਂ ਨੂੰ ਬਦਲ ਦਿੱਤਾ ਹੈ। ਅਤੇ ਇਹ ਦੇਖਣਾ ਆਸਾਨ ਹੈ ਕਿ ਕੀ ਫੇਰ ਬਦਲ ਕਰਨ ਦੀ ਲੋੜ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਰ ਸਕਦੇ ਹੋ, ਸਿਰਫ ਨੋਟੇਸ਼ਨ ਬਦਲੋ ਅਤੇ ਇਸ ਪਾਈ ਨਿਊ d ਨੂੰ ਅਲਫਾ ਕਹੋ, ਜਿਸ ਸਥਿਤੀ ਵਿੱਚ f ਨਿਊ h d ਬਣ ਕੇ ਸਾਈਨ ਅਲਫਾ ਬਣ ਜਾਵੇਗਾ।
ਅਲਫਾ ਹੁਣ ਅਸੀਂ ਫੋਰੀਅਰ ਸਪੈਕਟਰਮ ਨੂੰ ਪਲਾਟ ਕਰ ਸਕਦੇ ਹਾਂ। x ਧੁਰਾ ਨਿਊ ਹੈ ਅਤੇ y ਧੁਰਾ ਬੇਸ਼ੱਕ ਨਵੇਂ ਦਾ ff ਪੂੰਜੀ ਹੈ। ਅਤੇ ਜਿਵੇਂ ਕਿ ਨਿਊ 0 ਵੱਲ ਜਾਂਦਾ ਹੈ, ਅਲਫਾ 0 ਵੱਲ ਝੁਕਦਾ ਹੈ, ਜਿਸ ਦਾ ਮਤਲਬ ਹੈ ਕਿ ਅਲਫਾ ਦੁਆਰਾ ਸਾਈਨ ਅਲਫਾ 0 ਦੇ ਬਰਾਬਰ 1 ਤੇ ਨਿਊ ਹੈ। ਇੱਥੇ ਮੁੱਲ hd ਹੈ ਅਤੇ 0 ਦੇ ਕਿਸੇ ਵੀ ਪਾਸੇ ਘਟਣ ਜਾ ਰਿਹਾ ਹੈ। ਅਤੇ ਕਿਉਂਕਿ ਅਸੀਂ ਪਹਿਲਾਂ ਹੀ ਇਸ ਕਿਸਮ ਦਾ ਰਿਲੇਸ਼ਨ ਦੇਖਿਆ ਹੈ, ਮੈਨੂੰ ਹੁਣ ਫੰਕਸ਼ਨ ਨੂੰ ਸਿੱਧੇ ਤੌਰ ਤੇ ਪਲੋਟ ਕਰਨ ਦਿਓ। ਜੇਕਰ ਤੁਸੀਂ ਇਸ ਬਿੰਦੂ ਤੇ ਧਿਆਨ ਫੋਕਸ ਕਰਦੇ ਹੋ ਤਾਂ ਇਹ ਉਹ ਬਿੰਦੂ ਹੈ ਜਿਸ ਤੇ f of new 0 ਦੇ ਬਰਾਬਰ ਹੈ। ਅਸੀਂ ਇਹ ਸਵਾਲ ਪੁੱਛ ਸਕਦੇ ਹਾਂ ਕਿ f of new 0 ਕਦੋਂ ਬਣ ਜਾਂਦਾ ਹੈ। ਜੋ ਅਜਿਹਾ ਹੋਵੇਗਾ ਜੇਕਰ new 1 ਦੇ ਬਰਾਬਰ d ਤਾਂ ਇਹ ਮੁੱਲ ਹੈ 1/d। ਅਤੇ ਇਸੇ ਤਰ੍ਹਾਂ ਇਹ ਮੁੱਲ ਘਟਾਓ 1/d ਹੋਣਾ ਚਾਹੀਦਾ ਹੈ। ਤੁਸੀਂ ਫੋਰੀਅਰ ਟਰਾਂਸਫਾਰਮ ਫੰਕਸ਼ਨ ਦੀ ਚੌੜਾਈ ਦੇ ਇੱਕ ਮਾਪ ਵਜੋਂ ਲੈ ਸਕਦੇ ਹੋ, ਜੋ ਕਿ 2 ਵਾਰ 1d ਨਾਲ ਜਾਂ 2 ਗੁਣਾ 1d ਦੀ ਤੁਲਨਾ ਲਈ ਮੈਂ ਇੱਥੇ ਅਸਲ ਫੰਕਸ਼ਨ f of t ਦਿਖਾਇਆ ਹੈ ਜੋ ਕਿ ਸਮੇਂ ਦਾ ਇੱਕ ਫੰਕਸ਼ਨ ਹੈ। ਤੁਸੀਂ ਵੇਖੋਗੇ ਕਿ ਇਹ ਇੱਕ ਰੈਕਟੈਂਗੂਲਰ ਸਲਿਟ ਫੰਕਸ਼ਨ ਦੀ ਚੌੜਾਈ ਹੈ। ਹੁਣ, ਜਦੋਂ ਤੁਸੀਂ ਫੋਰੀਅਰ ਟਰਾਂਸਫਾਰਮਡ ਫੰਕਸ਼ਨ ਨੂੰ ਦੇਖਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਚੌੜਾਈ ਅਸਲ ਵਿੱਚ 1/d ਦਾ ਇੱਕ ਫੰਕਸ਼ਨ ਹੈ। ਇਸ ਕੇਸ ਵਿੱਚ ਇਹ ਬੁਰੀ ਤਰ੍ਹਾਂ ਨਾਲ 2 ਹੈ। ਇਸ ਲਈ, ਟਾਈਮ ਡੋਮੇਨ ਵਿੱਚ ਤੁਹਾਡੇ ਫੰਕਸ਼ਨ ਨੂੰ ਵਿਸਤ੍ਰਿਤ ਕਰੋ ਕਿ ਇਹ ਫਰੀਕੁਏਂਸੀ ਡੋਮੇਨ ਵਿੱਚ ਕੀ ਹੋਣ ਵਾਲਾ ਹੈ। ਇਹ ਬਹੁਤ ਖਾਸ ਨਹੀਂ ਹੈ। ਫੰਕਸ਼ਨ ਦੀ ਇਸ ਚੋਣ ਨੂੰ ਕੰਮ ਕਰਨ ਦਿਓ। ਅਸਲ ਵਿੱਚ, ਇਹ ਇੱਕ ਹੋਰ ਆਮ ਸੱਚਾਈ ਹੈ। ਮੈਨੂੰ ਹੁਣ ਇੱਕ ਸਲਿਟ ਫੰਕਸ਼ਨ ਦੇ ਇਸ ਫੋਰੀਅਰ ਟਰਾਂਸਫਾਰਮ ਦੇ ਇੱਕ ਫਿਜ਼ੀਕਲ ਇੰਪਲੀਕੇਸ਼ਨ ਦਾ ਜ਼ਿਕਰ ਕਰਨਾ ਚਾਹੀਦਾ ਹੈ। ਐਪਲੀਕੇਸ਼ਨ ਸਿੰਗਲ ਸਲਿਟ ਡਿਫਰੈਕਸ਼ਨ ਹੈ ਜੋ ਸ਼ਾਇਦ ਇਸ ਵਿੱਚ ਥੋੜੇ ਹੋਰ ਵਿਸਥਾਰ ਵਿੱਚ ਵੇਖੇਗੀ ਅਗਲੇ ਹਫ਼ਤਿਆਂ ਵਿੱਚ, ਪਰ ਮੈਂ ਸਿਰਫ ਇਹ ਦੱਸਦਾ ਹਾਂ ਕਿ ਇੱਥੇ ਫੋਰੀਅਰ ਟਰਾਂਸਫਾਰਮ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਤਾਂ ਸਮੱਸਿਆ ਇਹ ਹੈ ਕਿ ਸਾਡੇ ਕੋਲ ਇੱਕ ਸਿੰਗਲ ਸਲਿਟ ਹੈ ਜੋ ਚਿੱਤਰ ਵਿੱਚ ਦਿਖਾਇਆ ਗਿਆ ਹੈ। ਸਲਿਟ ਦੀ ਚੌੜਾਈ d ਹੈ ਅਤੇ ਤੁਹਾਡੇ ਕੋਲ ਖੱਬੇ ਪਾਸੇ ਤੋਂ ਆਉਣ ਵਾਲੀ ਪ੍ਰਕਾਸ਼ ਦੀ ਸਮਾਨਾਂਤਰ ਬੀਮ ਹੈ। ਅਤੇ ਇਹ ਮੰਨ ਲਓਗੇ ਕਿ ਪ੍ਰਕਾਸ਼ ਦੀ ਤਰੰਗ ਲੰਬਾਈ ਲਗਭਗ ਹੈ ਜਿੰਨੇ ਚੀਰੇ ਦੀ ਚੌੜਾਈ ਹੈ। ਹੁਣ ਇਸ ਰੋਸ਼ਨੀ ਦਾ ਐਂਪਲੀਟਿਊਡ ਜਿਵੇਂ ਇਹ ਲੰਘਦਾ ਹੈ, ਇਹ ਸਲਿਟ f of t ਵਰਗਾ ਹੋਵੇਗਾ ਜੋ ਇੱਥੇ ਦਿਖਾਇਆ ਗਿਆ ਹੈ, ਜਿਸ ਕਾਰਨ ਇਸ ਨੂੰ ਸਲਿਟ ਡਿਫਰੈਕਸ਼ਨ ਤੇ ਸਲਿਟ ਫੰਕਸ਼ਨ ਕਿਹਾ ਜਾਂਦਾ ਹੈ। ਮੈਂ ਜੋ ਜਾਣਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਕਿਸੇ ਬਿੰਦੂ P ਤੇ ਇੰਟੈਂਸਿਟੀ ਕੀ ਹੈ, ਜੋ ਕਿ ਕੁਝ ਦੂਰੀ ਤੇ ਹੈ ਇਸ ਸਕਰੀਨ ਤੋਂ ਜਿਸ ਵਿੱਚ ਸਲਿਟ d ਹੈ। ਜੇਕਰ ਮੈਂ x ਨੂੰ ਮੱਧ ਬਿੰਦੂ ਤੋਂ ਕੁਝ ਦੂਰੀ ਤੇ ਚੁਣਦਾ ਹਾਂ, ਫੇਜ਼ ਡਿਫਰੈਂਸ ਇੱਕ ਫਾਰਮੂਲਾ ਹੋਵੇਗਾ ਜਿਵੇਂ ਕਿ ਇਸ ਪਾਈ ਬਾਈ ਲੈਂਬਡਾ ਗੁਣਾ x ਇਨਟੂ ਸਾਈਨ ਥੀਟਾ ਖਾਸ ਬਿੰਦੂ ਤੇ ਇੰਟੈਂਸਿਟੀ ਦਾ ਪਤਾ ਲਗਾਉਣ ਲਈ। ਇਸ ਤਰ੍ਹਾਂ ਮੈਨੂੰ ਸਿਰਫ ਯੋਗਦਾਨ ਜੋੜਨ ਦੀ ਲੋੜ ਹੈ। ਇਸ ਸਲਿਟ ਦੇ ਨਾਲ ਹਰ ਬਿੰਦੂ ਤੋਂ ਆਉਣ ਵਾਲੀ ਰੋਸ਼ਨੀ ਅਤੇ ਹਰੇਕ ਬਿੰਦੂ ਪਿਛਲੇ ਇੱਕ ਨਾਲੋਂ ਥੋੜਾ ਵੱਖਰਾ ਪੜਾ ਪ੍ਰਾਪਤ ਕਰਦਾ ਹੈ। ਜੇਕਰ ਤੁਸੀਂ x ਨੂੰ ਮੱਧ ਬਿੰਦੂ ਤੋਂ ਅੱਗੇ x ਦੇ ਫੰਕਸ਼ਨ ਵਜੋਂ ਗਿਣਦੇ ਹੋ, ਇਹ ਤੁਹਾਨੂੰ ਦੱਸਦਾ ਹੈ ਕਿ ਪੜਾ ਕੀ ਹੈ। ਪੜਾ x ਦੇ ਨਾਲ ਰੇਖਿਕ ਰੂਪ ਵਿੱਚ ਬਦਲਦਾ ਹੈ ਜੋ ਕਿ ਇਸ ਫਾਰਮੂਲੇ ਦੁਆਰਾ ਦਰਸਾਇਆ ਗਿਆ ਹੈ, ਬਸ਼ਰਤੇ ਕਿ ਥੀਟਾ ਵਿਭਿੰਨਤਾ ਦਾ ਕੋਣ ਹੋਵੇ। ਮੰਨ ਲਓ ਕਿ ਮੱਧ ਬਿੰਦੂ ਤੇ ਮੇਰਾ ਫੰਕਸ਼ਨ f of x ਮੱਧ ਬਿੰਦੂ ਤੋਂ ਥੋੜਾ ਦੂਰ ਹੈ। ਮੇਰਾ ਫੰਕਸ਼ਨ f of x ਗੁਣਾ 2e⁻i⁵ ਹੋਵੇਗਾ। ਮੈਨੂੰ ਇਸ ਪੜਾ ਦੇ ਅੰਤਰਾਂ ਉੱਤੇ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ, ਜਿਸ ਦਾ ਮਤਲਬ ਹੈ ਕਿ ਮੈਨੂੰ ਆਪਣੇ ਆਪ x ਉੱਤੇ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ। ਮੈਂ ਫੋਰੀਅਰ ਸਪੇਸ ਵਿੱਚ ਇੰਟੈਂਸਿਟੀ ਲਿਖ ਸਕਦਾ ਹਾਂ। ਤੁਸੀਂ ਮਹਿਸੂਸ ਕਰੋਗੇ ਕਿ ਇਸ ਸਾਰੀ ਪ੍ਰਕਿਰਿਆ ਦਾ ਨਤੀਜਾ ਇਹ ਹੈ ਕਿ ਅੰਤ ਵਿੱਚ ਇਹ ਤੁਹਾਨੂੰ f of new ਦਾ ਇੱਕ ਫੰਕਸ਼ਨ ਦਿੰਦਾ ਹੈ ਜੋ ਅਜਿਹਾ ਦਿਖਦਾ ਹੈ ਜਿਵੇਂ ਅਸੀਂ ਸਲਿਟ ਫੰਕਸ਼ਨ ਲਈ ਗਣਨਾ ਕੀਤੀ ਹੈ। ਦੂਜੇ ਸ਼ਬਦਾਂ ਵਿੱਚ, ਕੇਂਦਰੀ ਬਿੰਦੂ ਤੇ ਇੰਟੈਂਸਿਟੀ ਵੱਧ ਤੋਂ ਵੱਧ ਹੋਵੇਗੀ
ਅਤੇ ਇਹ ਦੋਵੇਂ ਪਾਸੇ ਘਟਦੀ ਜਾ ਰਹੀ ਹੈ, ਇਸ ਲਈ ਹਨੇਰੇ ਅਤੇ ਚਮਕਦਾਰ ਬੈਂਡਾਂ ਦਾ ਇਹ ਉੱਤਰਾਧਿਕਾਰ ਹੋਵੇਗਾ। ਇੱਕ ਹੋਰ ਉਦਾਹਰਨ ਜੋ ਮੈਂ ਤੁਹਾਨੂੰ ਦੇਣਾ ਚਾਹਾਂਗਾ, ਉਹ ਹੈ ਇੱਕ ਗੌਸੀਅਨ ਫੰਕਸ਼ਨ ਦੀ ਜੋ ਕਿ ਇੱਥੇ ਗੌਸੀ ਫੰਕਸ਼ਨ ਲਿਖਿਆ ਹੈ। ਮੈਂ ਇਸ ਨੂੰ f of t ਦੇ ਫੰਕਸ਼ਨ t ਦੇ ਰੂਪ ਵਿੱਚ ਤੁਹਾਡੇ ਲਈ ਕੁਝ ਇਸ ਤਰ੍ਹਾਂ ਤਿਆਰ ਕਰਦਾ ਹਾਂ। ਅਤੇ ਇਹ 0 ਦੇ ਬਰਾਬਰ ਨਹੀਂ ਹੈ। ਇਹ ਮੁੱਲ h ਹੈ। ਅਤੇ ਇਸ ਚੌੜਾਈ ਦਾ ਅੱਧਾ ਮੁੱਲ ਹੈ। ਸਿਗਮਾ ਹੋਵੇਗਾ t ਦਾ ਅਜਿਹਾ ਇੱਕ ਫੰਕਸ਼ਨ ਇੱਕ ਪੈਰਾਮੀਟਰ ਹੈ ਜੋ ਚੌੜਾਈ ਨੂੰ ਦਰਸਾਉਂਦਾ ਹੈ। ਅਤੇ ਇੱਕ ਹੋਰ ਜੋ ਉਚਾਈ ਨੂੰ ਦਰਸਾਉਂਦਾ ਹੈ h ਸਿਗਮਾ ਚੌੜਾਈ ਹੈ। ਮੈਨੂੰ ਆਮ ਤੌਰ ਤੇ ਇਸ ਫੰਕਸ਼ਨ ਦਾ ਫੋਰੀਅਰ ਟਰਾਂਸਫਾਰਮ ਲੱਭਣ ਦੀ ਜ਼ਰੂਰਤ ਹੈ। ਸਾਡੇ ਫੰਕਸ਼ਨ ਨੂੰ -ਇਨਫਿਨਿਟੀ ਅਤੇ +ਇਨਫਿਨਿਟੀ ਦੇ ਵਿਚਕਾਰ ਡੋਮੇਨ ਵਿੱਚ ਬੇਸ਼ੱਕ ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਕਿ ਇਹ -ਇਨਫਿਨਿਟੀ ਤੋਂ +ਅਨੰਤ ਤੱਕ ਜਾ ਸਕੇ। f of ਨਿਊ ਫੋਰੀਅਰ ਟਰਾਂਸਫਾਰਮ ਦਾ f of t ਉਹ ਤਰੀਕਾ ਹੋਵੇਗਾ ਜਿਸ ਨਾਲ ਕੋਈ ਇਸ ਕਿਸਮ ਦੇ ਇੰਟੀਗਰਲ ਨੂੰ ਸੰਭਾਲਦਾ ਹੈ ਪ੍ਰਕਿਰਿਆ ਦੁਆਰਾ ਵਰਗ ਨੂੰ ਪੂਰਾ ਕਰਨਾ। ਜੋ ਮੈਂ ਕੀਤਾ ਹੈ ਉਹ ਗੁਣਾ ਕਰਨਾ ਹੈ ਅਤੇ e ਪਾਵਰ ਪਾਈ ਸਕੁਏਅਰ ਨਿਊ ਸਕੁਏਅਰ ਸਿਗਮਾ ਸਕੁਏਅਰ 3 ਗੁਣਾ ਦੁਆਰਾ ਭਾਗ ਕਰੋ ਐਕਸਪੋਨੈਂਟ ਵਿੱਚ ਇਹ ਕੁਆਂਟੀਟੀ ਬਣ ਜਾਂਦੀ ਹੈ। ਹੁਣ ਅਸੀਂ ਮਿਆਰੀ ਨਤੀਜੇ ਦੀ ਵਰਤੋਂ ਕਰ ਸਕਦੇ ਹਾਂ ਜੋ e ਪਾਵਰ ਘਟਾਓ ਅਲਫਾ x ਵਰਗ dx। ਜਦੋਂ -ਇਨਫਿਨਿਟੀ ਤੋਂ +ਇਨਫਿਨਿਟੀ ਵਿਚਕਾਰ ਏਕੀਕ੍ਰਿਤ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਅਲਫਾ ਦੁਆਰਾ ਰੂਟ ਪਾਈ ਦਿੰਦਾ ਹੈ। ਜੇਕਰ ਮੈਂ ਇਸ ਨਤੀਜੇ ਦੀ ਵਰਤੋਂ ਕਰਦਾ ਹਾਂ ਤਾਂ f of ਨਿਊ ਲਿਖਿਆ ਜਾ ਸਕਦਾ ਹੈ ਕਿਉਂਕਿ ਇਹ ਗੌਸੀਅਨ ਫੰਕਸ਼ਨ ਦੇ ਫੋਰੀਅਰ ਟਰਾਂਸਫਾਰਮ ਲਈ ਅੰਤਿਮ ਐਕਸਪ੍ਰੈਸ਼ਨ ਹੈ। f of ਨਿਊ ਜੋ ਕਿ ਫਰੀਕੁਏਂਸੀ ਦਾ ਇੱਕ ਫੰਕਸ਼ਨ ਹੈ ਇੱਕ ਹੋਰ ਗੌਸੀਅਨ ਫੰਕਸ਼ਨ ਵੀ ਹੈ। ਇਸ ਲਈ ਜੇਕਰ ਮੂਲ ਫੰਕਸ਼ਨ ਦੀ ਚੌੜਾਈ ਵੱਡੀ ਹੈ ਤਾਂ ਕੀ ਫਰਕ ਹੈ? ਫੋਰੀਅਰ ਟਰਾਂਸਫਾਰਮ ਫੰਕਸ਼ਨ ਦੀ ਚੌੜਾਈ, ਭਾਵੇਂ ਇਹ ਅਜੇ ਵੀ ਇੱਕ ਗੌਸੀਅਨ ਬਹੁਤ ਘੱਟ ਹੋਣ ਜਾ ਰਹੀ ਹੈ। ਆਓ ਇਸ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਵੇਖੀਏ। ਇੱਥੇ ਮੈਂ ਦੋਵੇਂ ਫੰਕਸ਼ਨਾਂ ਨੂੰ ਪਲਾਟ ਕੀਤਾ ਹੈ। f of t ਦਾ ਅਸਲ ਫੰਕਸ਼ਨ ਉੱਥੇ ਰਾਈਟ ਹੈਂਡ ਸਾਈਡ ਹੈ। ਤੁਸੀਂ ਵੇਖੋਗੇ ਕਿ ਫੰਕਸ਼ਨ ਦੀ ਉਚਾਈ h ਹੈ ਅਤੇ ਫੰਕਸ਼ਨ ਦੀ ਚੌੜਾਈ ਸਿਗਮਾ ਦੁਆਰਾ ਦਿੱਤੀ ਗਈ ਹੈ। ਖੱਬੇ ਪਾਸੇ, ਮੈਂ ਫੋਰੀਅਰ ਟਰਾਂਸਫਾਰਮ ਫੰਕਸ਼ਨ ਨੂੰ ਪਲਾਟ ਕੀਤਾ ਹੈ। ਅਸੀਂ ਹੁਣੇ ਹੀ ਇਹ ਨਤੀਜਾ ਇੱਕ ਗੌਸੀਅਨ ਫੰਕਸ਼ਨ ਦੇ ਫੋਰੀਅਰ ਟਰਾਂਸਫਾਰਮ ਲਈ ਪ੍ਰਾਪਤ ਕਰਦੇ ਹਾਂ। ਅਤੇ ਇਹ ਪਤਾ ਚੱਲਦਾ ਹੈ ਕਿ ਇੱਕ ਗੌਸੀਅਨ ਦਾ ਚਾਰੀਅਰ ਟਰਾਂਸਫਾਰਮ ਉਹਨਾਂ ਦੇ ਆਕਾਰਾਂ ਦੇ ਰੂਪ ਵਿੱਚ ਇੱਕ ਹੋਰ ਗੌਸੀਅਨ ਹੈ। ਉਹ ਲਗਭਗ ਇੱਕੋ ਜਿਹੇ ਹੁੰਦੇ ਹਨ ਜੋ ਇੱਕ ਸਮਾਨ ਦਿਖਾਈ ਦਿੰਦੇ ਹਨ। ਉਹ ਗੁਣਾਤਮਕ ਤੌਰ ਤੇ f of t ਦੀ ਚੌੜਾਈ ਦੇ ਬਰਾਬਰ ਨਹੀਂ ਹੁੰਦੇ ਹਨ। ਫੋਰੀਅਰ ਟਰਾਂਸਫਾਰਮ ਫੰਕਸ਼ਨ ਲਈ ਸਿਗਮਾ ਹੈ ਚੌੜਾਈ 8 ਗੁਣਾ 1 ਹੈ। ਸਿਗਮਾ ਗੁਣਾ ਕੁਝ ਸਥਿਰ ਹੈ ਜੇਕਰ ਅਸਲ ਉਚਾਈ h ਹੈ। ਅਤੇ ਜੇਕਰ ਤੁਸੀਂ ਮੰਨਦੇ ਹੋ ਕਿ ਸਿਗਮਾ 1 ਨਾਲੋਂ ਬਹੁਤ ਵੱਡਾ ਹੈ ਤਾਂ ਇਹ h ਗੁਣਾ ਸਿਗਮਾ ਹੋਵੇਗਾ। ਜੋ ਤੁਸੀਂ ਅਸਲ ਵਿੱਚ ਪ੍ਰਾਪਤ ਕਰਨ ਜਾ ਰਹੇ ਹੋ ਇੱਕ ਫੰਕਸ਼ਨ ਹੈ ਜੋ ਤੰਗ ਚੌੜਾਈ ਹੈ ਪਰ ਬਹੁਤ ਤੇਜ਼ੀ ਨਾਲ ਸਿਖਰ ਤੇ ਹੈ। ਆਓ ਮੈਂ ਆਖਰੀ ਉਦਾਹਰਨ ਦੇ ਨਾਲ ਇਸ ਸੈਕਸ਼ਨ ਨੂੰ ਸਮਾਪਤ ਕਰਦਾ ਹਾਂ। ਡਾਇਰੈਕਟ ਡੈਲਟਾ ਫੰਕਸ਼ਨ ਦਿਖਾਉਂਦਾ ਹੈ ਕਿ ਇਹ 0 ਦੇ ਬਰਾਬਰ ਹੈ ਜੇਕਰ x 0 ਦੇ ਬਰਾਬਰ ਨਹੀਂ ਹੈ ਅਤੇ x ਬਰਾਬਰ 0 ਤੇ ਅਨੰਤ ਦੇ ਬਰਾਬਰ ਹੈ। ਇਸ ਬਾਰੇ ਸੋਚਣ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਕੋਲ ਗੌਸੀਅਨ ਵਰਗਾ ਫੰਕਸ਼ਨ ਹੈ ਅਤੇ ਚੌੜਾਈ ਤੰਗ ਅਤੇ ਤੰਗ ਹੁੰਦੀ ਜਾ ਰਹੀ ਹੈ ਜਿਵੇਂ ਕਿ ਅਸੀਂ ਦੇਖਿਆ ਹੈ ਜਿਵੇਂ ਕਿ ਇਹ ਤੰਗ ਅਤੇ ਤੰਗ ਹੁੰਦਾ ਜਾਂਦਾ ਹੈ। ਉਚਾਈ ਵੱਧਦੀ ਹੈ ਤਾਂ ਜੋ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖ ਸਕੋ ਤਾਂ ਜੋ ਤੁਸੀਂ ਆਪਣੇ ਡਾਇਰੈਕਟ ਡੈਲਟਾ ਫੰਕਸ਼ਨ ਨੂੰ ਇਸ ਨੂੰ ਛੋਟਾ ਕਰਨ ਦੀ ਪ੍ਰਕਿਰਿਆ ਦੇ ਇੱਕ ਸੀਮਤ ਮਾਮਲੇ ਦੇ ਰੂਪ ਵਿੱਚ ਸੋਚ ਸਕੋ ਅਤੇ ਉਚਾਈ ਵੱਡੀ ਤੋਂ ਵੱਡੀ ਹੁੰਦੀ ਜਾ ਰਹੀ ਹੈ। ਇਹ ਵਿਸ਼ੇਸ਼ਤਾ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਕਿ dx ਉੱਤੇ ਏਕੀਕ੍ਰਿਤ ਡੈਲਟਾ x ਇੱਕ ਸਮੁੱਚੀ ਸਪੇਸ ਦੇ ਬਰਾਬਰ ਹੈ। ਜੇਕਰ ਮੈਂ ਇਸ ਫੰਕਸ਼ਨ ਦੇ ਫੋਰੀਅਰ ਟਰਾਂਸਫਾਰਮ ਨੂੰ ਲੈਂਦਾ ਹਾਂ ਜੋ ਕਿ ਅਸਲ ਵਿੱਚ ਬਹੁਤ ਤੰਗ ਹੈ, ਮੈਨੂੰ ਇੱਕ ਫੰਕਸ਼ਨ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਇਸ ਦੀ ਚੌੜਾਈ ਵਿੱਚ ਬਹੁਤ ਜ਼ਿਆਦਾ ਵਿਸਤ੍ਰਿਤ ਹੈ। ਇਹ ਉਹੀ ਹੈ ਜਿਸ ਦੀ ਮੈਂ ਉਮੀਦ ਕਰ ਰਿਹਾ ਹਾਂ। ਇਸ ਲਈ x-x0 ਦਾ ਡੈਲਟਾ x ਦੇ ਇਸ ਡੈਲਟਾ ਦਾ ਜਨਰਲਾਈਜ਼ੇਸ਼ਨ ਹੈ। ਜਿਵੇਂ ਕਿ x 0 ਦੇ ਬਰਾਬਰ ਫੰਕਸ਼ਨ ਅਨੰਤ ਹੈ ਅਤੇ ਹੋਰ ਕਿਤੇ ਵੀ ਇਹ 0 ਹੈ ਇਸ ਦਾ ਇੰਟੀਗਰਲ f of x 0 ਦੇ ਬਰਾਬਰ ਹੋਵੇਗਾ। ਪਹਿਲਾਂ ਅਸੀਂ ਟਾਈਮ ਡੋਮੇਨ ਫੰਕਸ਼ਨ ਨਾਲ ਕੰਮ ਕਰ ਰਹੇ ਸੀ ਇਸ ਲਈ e ਪਾਵਰ i2 ਪਾਈ ਨਿਊ t ਨਾਲ ਕੰਮ ਕਰਨਾ ਸਮਝਦਾਰੀ ਸੀ। ਪਰ ਇੱਥੇ ਸਾਡੇ ਫੰਕਸ਼ਨ ਨੂੰ ਕੁਝ ਅਰਥਾਂ ਵਿੱਚ ਪੋਜੀਸ਼ਨ ਸਪੇਸ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਲਈ
ਮੈਂ e ਪਾਵਰ i ਕੇ x ਨਾਲ ਕੰਮ ਕਰਨ ਜਾ ਰਿਹਾ ਹਾਂ, ਇਸ ਲਈ ਇੱਥੇ ਕੋਈ ਨਵਾਂ ਨਹੀਂ ਹੈ। ਪਰ ਫਿਰ ਵੀ ਇਹ ਅਜੇ ਵੀ ਫੋਰੀਅਰ ਟਰਾਂਸਫਾਰਮ ਹੈ। ਅਤੇ ਹੁਣ, ਜੇਕਰ ਮੈਂ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਦਾ ਹਾਂ, ਜੋ ਇੱਥੇ ਦਿੱਤੀ ਗਈ ਹੈ, ਨਤੀਜਾ ਇਹ ਹੈ e ਪਾਵਰ i ਕੇ x0 ਇਸ ਲਈ f of x ਇੱਕ ਡੈਲਟਾ ਫੰਕਸ਼ਨ ਹੈ ਤੇ ਤੇਜ਼ੀ ਨਾਲ ਸਿਖਰ ਤੇ ਹੈ। x x0 ਦੇ ਬਰਾਬਰ ਹੈ। ਹੁਣ ਫੋਰੀਅਰ ਪਰਿਵਰਤਿਤ ਡੋਮੇਨ। ਜੇ ਮੈਂ ਦੇ ਮਾਡ ਵਰਗ ਨੂੰ ਪਲੋਟ ਕਰਦਾ ਹਾਂ, f of k ਦਾ ਮੋਡ ਵਰਗ, ਇਹ ਇੱਕ ਸਥਿਰ ਹੋਵੇਗਾ ਕਿਉਂਕਿ f of k e ਪਾਵਰ i ਕੇ x0 ਹੈ। f of k ਮੋਡ ਵਰਗ f ਸਟਾਰ ਦਾ k ਇਨਟੂ f of k ਹੋਵੇਗਾ। ਅਤੇ ਇਹ k g ਪਾਵਰ ਮਾਈਨਸ i ਕੇ x0 ਦਾ e ਪਾਵਰ i ਕੇ x0 ਦਾ ਇੱਕ ਸਟਾਰ ਹੋਣ ਜਾ ਰਿਹਾ ਹੈ। ਇਹ ਰੱਦ ਕਰ ਦੇਵੇਗਾ ਅਤੇ ਤੁਹਾਨੂੰ ਇੱਕ ਦੇਵੇਗਾ। ਹੁਣ, ਤੁਸੀਂ ਦੇਖਦੇ ਹੋ ਕਿ ਸਾਨੂੰ ਪੋਜੀਸ਼ਨ ਸਪੇਸ ਵਿੱਚ ਕੀ ਮਿਲਿਆ ਹੈ। ਇਹ ਇੱਕ ਤੇਜ਼ੀ ਨਾਲ ਪਿਕਡ ਫੰਕਸ਼ਨ ਸੀ, ਅਤੇ ਅਸੀਂ k ਸਪੇਸ ਵਿੱਚ ਉਸੇ ਫੰਕਸ਼ਨ ਨੂੰ ਫੋਰੀਅਰ ਰੂਪ ਵਿੱਚ ਦੇਖਿਆ, ਜੋ ਇਹ ਮਾਈਨਸ ਅਨੰਤ ਤੋਂ ਪਲੱਸ ਅਨੰਤ ਤੱਕ ਸਾਰੇ ਤਰੀਕੇ ਨਾਲ ਵਿਸਤਾਰ ਕਰਦਾ ਹੈ। ਇਹ ਇਸ ਦੀ ਇੱਕ ਐਕਸਟ੍ਰੀਮ ਉਦਾਹਰਣ ਹੈ। ਜੋ ਅਸੀਂ ਦੇਖ ਰਹੇ ਹਾਂ, ਕੋਈ ਚੀਜ਼ ਜੋ ਇੱਕ ਸਪੇਸ ਵਿੱਚ ਤੇਜ਼ੀ ਨਾਲ ਸਿਖਰ ਤੇ ਹੈ, ਨੂੰ ਫੋਰੀਅਰ ਡੋਮੇਨ ਵਿੱਚ ਪੂਰੀ ਸਪੇਸ ਵਿੱਚ ਵਧਾਇਆ ਜਾਂਦਾ ਹੈ।